ਵਾਹਿਗੁਰੂ ਸਾਹਿਬ ਜੀਓ। ਤੇਰੇ ਭਰੋਸੇ ਪਿਆਰੇ ਮੈਂ ਲਾਡ ਲਡਾਇਆ, ਭੁੱਲੇ ਚੁੱਕੈ ਬਾਰਕ ਤੂੰ ਹਰ ਪਿਤਾ ਮਾਇਆ। ਕਰ ਕਿਰਪਾ ਕਿਰਪਾਲ ਆਪੇ ਬਖਸ਼ ਲੈ, ਸਦਾ ਸਦਾ ਜਪੀ ਤੇਰਾ ਨਾਮ ਸਤਿਗੁਰ ਪਾਏ ਪੈ। ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ, ਬਲਹਾਰੀ ਗੁਰ ਆਪਣੇ ਗੁਰ ਕੋ ਬਲ ਜਾਈਆਂ। ਚਵਰ ਛਤਰ ਤਖਤ ਦੇ ਮਾਲਕ ਅੰਤਰਜਾਮੀ, ਲੋਕ ਪਰਲੋਕ ਦੇ ਸਹਾਈ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਹਜ਼ੂਰੀ ਅੰਦਰ ਜੁੜ ਮਿਲ ਬੈਠੇ ਗੁਰੂ ਰੂਪ ਗੁਰੂ ਖਾਲਸਾ ਜੀ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਡਭਾਗੀ ਹੋ, ਤੰਤਾ ਦੇ ਜੋਗ ਹੋ, ਜੋ ਕਿ ਰਾਤਰੀ ਦੇ ਸਮੇਂ ਸਤਿਗੁਰਾਂ ਦੇ ਪਿਆਰ ਵਿੱਚ ਭਿੱਜ ਕਰਕੇ, ਸਤਿਗੁਰਾਂ ਦੀ ਵਡਿਆਈ ਸੁਣ ਕਰਕੇ ਜੀਵਨ ਦੀਆਂ ਘੜੀਆਂ ਨੂੰ, ਸਵਾਸਾਂ ਨੂੰ ਸਫਲਾ ਕਰਨ ਵਾਸਤੇ ਗੁਰੂ ਚਰਨਾਂ ਵਿੱਚ ਜੁੜੇ ਹੋ। ਆਓ ਜਿਵੇਂ ਤੀਜੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਪਿਤਾ ਸਤਿਗੁਰਾਂ ਜੀਆਂ ਨੇ ਜੋ ਆਨੰਦ ਸਾਹਿਬ ਦੀ ਪਾਵਨ ਬਾਣੀ ਦੀ ਉਚਾਰਨਾ ਕੀਤੀ, ਉਸ ਆਨੰਦ ਦੀ ਪਾਵਨ ਵਿਚਾਰ ਦੀ ਅੱਜ ਦੂਜੀ ਪੌੜੀ ਦੀ ਵਿਚਾਰ ਗੁਰੂ ਪਾਤਸ਼ਾਹ ਜੀ ਆਪ ਕਿਰਪਾ ਕਰਕੇ ਕਥਨ ਤੇ ਸੁਣਨ ਦੀ ਦਾਤ ਬਖਸ਼ਿਸ਼ ਕਰਨ। ਆਓ ਸਾਧ ਸੰਗਤ ਜੀ, ਆਪਾਂ ਸਾਰੇ ਹੀ ਇੱਕ ਮਨ ਇੱਕ ਚਿੱਤ ਹੋ ਕਰਕੇ ਸਭ ਤੋਂ ਪਹਿਲਾਂ ਇਸ ਪੌੜੀ ਦਾ ਪਾਠ ਕਰੀਏ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ, ਅੰਗੀਕਾਰ ਕਰੇ ਤੇਰਾ, ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ। ਧੰਨ ਗੁਰੂ ਅਮਰਦਾਸ ਪਿਤਾ ਸਤਿਗੁਰੂ ਜੀ ਅੱਜ ਦੀ ਦੂਜੀ ਪੌੜੀ ਵਿੱਚ ਦੋ ਗੱਲਾਂ ਦਾ ਪਾਤਸ਼ਾਹ ਜ਼ਿਕਰ ਕਰਦੇ ਨੇ ਕਿ ਹਰ ਇੱਕ ਮਨੁੱਖ ਆਪਣੇ ਮਨ ਵਿੱਚ ਦੋ ਮੰਗਾਂ ਰੱਖਦਾ ਹੈ। ਸਤਿਗੁਰਾਂ ਨੇ ਇਸ ਪੌੜੀ ਵਿੱਚ ਦੋ ਮਨੁੱਖ ਦੀਆਂ ਮੰਗਾਂ ਦਾ ਜ਼ਿਕਰ ਕੀਤਾ ਹੈ। ਪਹਿਲੀ ਮੰਗ ਸਤਿਗੁਰੂ ਕਹਿੰਦੇ ਨੇ, ਇਹ ਮਨੁੱਖ ਹਰ ਵੇਲੇ ਚਾਹੁੰਦਾ ਕਿ ਮੇਰੇ ਸਾਰੇ ਕਾਰਜ ਜਿਹੜੇ ਨੇ ਉਹ ਸਵਰ ਜਾਣ, ਕੋਈ ਵੀ ਕਾਰਜ ਮੇਰਾ ਅਧੂਰਾ ਨਾ ਰਹੇ, ਭਾਵ ਸਾਰੇ ਕਾਰਜ ਮੇਰੇ ਰਾਸ ਹੋਣ। ਤੇ ਦੂਜਾ ਸਾਧ ਸੰਗਤ ਜੀ ਇਸ ਪੌੜੀ ਵਿੱਚ ਜ਼ਿਕਰ ਕੀਤਾ ਕਿ ਮੈਨੂੰ ਕੋਈ ਦੁੱਖ ਨਾ ਲੱਗੇ, ਮੇਰੇ ਨੇੜੇ ਕੋਈ ਦੁੱਖ ਨਾ ਆਵੇ, ਮੈਂ ਦੁੱਖਾਂ ਤੋਂ ਦੂਰ ਰਵਾਂ। ਸਾਧ ਸੰਗਤ ਜੀ ਕੋਈ ਦੁੱਖ ਨਾ ਮੇਰੇ ਨੇੜੇ ਆ। ਇਹ ਦੋ ਮੰਗਾਂ ਹਰ ਇੱਕ ਮਨੁੱਖ ਦੇ ਮਨ ਅੰਦਰ ਰਹਿੰਦੀਆਂ ਨੇ। ਤੇ ਪਾਤਸ਼ਾਹ ਕਹਿੰਦੇ ਨੇ ਉਮਰ ਤੇ ਇਸ ਮਨੁੱਖ ਦੀ ਬੜੀ ਛੋਟੀ ਹੈ ਤੇ ਮੰਗਾਂ ਬਹੁਤ ਜ਼ਿਆਦਾ।
ਔਰ ਬੜੇ ਸਾਧ ਸੰਗਤ ਜੀ ਵਿਚਾਰ ਕਰਦੇ, ਦਾਸ ਨਾਲ ਗਿਆਨੀ ਜੀ ਮਨ ਨਹੀਂ ਜੁੜਦਾ, ਨਿਤਨੇਮ ਕਰਦੇ ਆ ਮਨ ਨਹੀਂ ਜੁੜਦਾ, ਪਾਠ ਕਰਦੇ ਆ ਮਨ ਨਹੀਂ ਜੁੜਦਾ, ਸਿਮਰਨ ਕਰਦੇ ਆ ਧਿਆਨ ਨਹੀਂ ਲੱਗਦਾ। ਚੇਤੇ ਰੱਖਿਓ, ਜਿੰਨਾ ਚਿਰ ਮਨ ਵਿੱਚ ਮੰਗਾ ਰਹਿਣਗੀਆਂ ਤਾਂ ਧਿਆਨ ਨਹੀਂ ਜੁੜ ਸਕਦਾ। ਆ ਜਿੰਨਾ ਮਰਜ਼ੀ ਤੁਸੀਂ ਯਤਨ ਕਰ ਲਓ, ਕਿਉਂਕਿ ਜਿੰਨਾ ਚਿਰ ਮਨ ਦੁਨਿਆਵੀ ਪਦਾਰਥ ਮੰਗਾ ਮਨ ਵਿੱਚ ਰੱਖੇਗਾ, ਧਿਆਨ ਪਰਮੇਸ਼ਰ ਵੱਲ ਨਹੀਂ ਜੁੜੇਗਾ। ਔਰ ਜਦੋਂ ਮੰਗਾ ਖਤਮ ਹੋ ਜਾਣਗੀਆਂ, ਤੁਸੀਂ ਦੇਖੋਗੇ ਇੱਕ ਵੱਖਰਾ ਦੁਨੀਆ ਦਾ ਰਸ, ਇੱਕ ਆਨੰਦ ਪਰਮੇਸ਼ਰ ਦੇ ਨਾਮ ਦਾ ਵੱਖਰਾ ਆਵੇਗਾ। ਜਿੰਨਾ ਚਿਰ ਇਸ ਮਨ ਵਿੱਚ ਮੰਗਾ ਚੱਲਣਗੀਆਂ, ਪ੍ਰਮਾਤਮਾ ਦਾ ਨਾਮ ਨਹੀਂ ਟਿਕ ਸਕਦਾ। ਸਾਧ ਸੰਗਤ ਜੀ, ਪਰ ਪਰਮੇਸ਼ਰ ਵਾਹਿਗੁਰੂ ਹਰ ਇੱਕ ਜੀਵ ਦੀਆਂ ਸਾਰੀਆਂ ਮੰਗਾਂ ਪੂਰੀਆਂ ਕਰਦਾ ਹੈ। ਪਰਮੇਸ਼ਰ ਦੇ ਜਿਹੜੇ ਪਿਆਰੇ ਨੇ, ਜਦੋਂ ਪ੍ਰਮਾਤਮਾ ਵਿੱਚ ਅਭੇਦ ਹੋ ਜਾਂਦੇ ਨੇ, ਫਿਰ ਪਰਮੇਸ਼ਰ ਵਾਹਿਗੁਰੂ ਉਹਨਾਂ ਦੀਆਂ ਸਾਰੀਆਂ ਮੰਗਾਂ ਪੂਰੀਆਂ ਕਰ ਦਿੰਦਾ ਹੈ। ਔਰ ਸਚਾਈ ਹੈ ਕਿ ਪ੍ਰਮਾਤਮਾ ਦੇ ਪਿਆਰਿਆਂ ਦੀ ਕੋਈ ਮੰਗ ਨਹੀਂ ਰਹਿ ਜਾਂਦੀ। ਉਹ ਤੇ ਕੇਵਲ ਮੰਗਦੇ ਐ, ਦੇਹ ਨਾਮ ਸੰਤੋਖੀਆ ਉਤਰੈ ਮਨ ਕੀ ਭੁੱਖ। ਉਹ ਪਰਮੇਸ਼ਰ ਦਾ ਨਾਮ ਮੰਗਦੇ ਆ, ਜਿਸ ਨਾਮ ਦਾ ਸਦਕਾ ਸਾਰੀਆਂ ਭੁੱਖਾਂ ਮਿਟ ਜਾਂਦੀਆਂ ਨੇ। ਆਓ ਇਸ ਪੰਕਤੀ ਨੂੰ ਇੱਕ ਵਾਰੀ ਸਾਰੀ ਸੰਗਤ, ਦੇਹ ਨਾਮ ਸੰਤੋਖੀਆ, ਦੇਹ ਨਾਮ ਸੰਤੋਖੀਆ, ਦੇਹ ਨਾਮ ਸੰਤੋਖੀਆ, ਦੇਹ ਨਾਮ ਸੰਤੋਖੀਆ। ਉਤਰੈ ਮਨ ਕੀ ਭੁੱਖ, ਉਤਰੈ ਮਨ ਕੀ ਭੁੱਖ, ਉਤਰੈ ਮਨ ਕੀ ਭੁੱਖ, ਉਤਰੈ ਮਨ ਕੀ ਭੁੱਖ। ਸਾਧ ਸੰਗਤ ਜੀ, ਭਾਵੇਂ ਮਨੁੱਖ ਬਜ਼ੁਰਗ ਹੋ ਜੇ, ਮਰਨੇ ਦੇ ਨੇੜੇ ਹੋਵੇ, ਪਰ ਉਹਦੀ ਇੱਛਾਵਾਂ ਖਤਮ ਨਹੀਂ ਆਉਂਦੀਆਂ। ਸਿਕੰਦਰ ਬਾਦਸ਼ਾਹ ਨੇ ਸਾਰਾ ਵਰਲਡ ਜਿੱਤ ਲਿਆ, ਸਾਰੀ ਦੁਨੀਆ ਜਿੱਤ ਲਈ। ਆ ਦੇਖਿਓ ਕੀ ਕੁਝ ਨਹੀਂ ਸੀ ਸਿਕੰਦਰ ਬਾਦਸ਼ਾਹ ਕੋਲ, ਸਾਰੀ ਦੁਨੀਆ ਜਿੱਤ ਲਈ। ਤੇ ਇੱਕ ਨੇ ਆ ਕਰਕੇ ਦੱਸਿਆ, ਬਾਦਸ਼ਾਹ ਸਲਾਮਤ ਇੱਕ ਪਿੰਡ ਰਹਿ ਗਿਆ, ਇੱਕ ਨਗਰ ਰਹਿ ਗਿਆ ਜਿੱਤਣ ਤੋਂ। ਕਹਿੰਦੇ ਕਿਹੜਾ ਹੈ? ਕਹਿੰਦੇ ਆ ਜੰਗਲ ਲੰਘ ਕਰਕੇ ਇਸ ਤੋਂ ਪਰੇ ਇੱਕ ਨਗਰ ਹੈ, ਉਹ ਨਹੀਂ ਜਿੱਤਿਆ। ਸਿਕੰਦਰ ਬਾਦਸ਼ਾਹ ਉਧਰ ਜਦੋਂ ਤੁਰਿਆ ਤੇ ਰਸਤੇ ਵਿੱਚ ਇੱਕ ਫਕੀਰ ਮਿਲਿਆ। ਫਕੀਰ ਜਿਹੜਾ ਸੀ ਸਾਧ ਸੰਗਤ ਜੀ, ਪਰਮਾਤਮਾ ਦੇ ਨਾਮ ਜਪਣ ਵਾਲਾ, ਤੇ ਜਿਹੜੇ ਪਰਮੇਸ਼ਰ ਦੇ ਪਿਆਰੇ ਹੋਇਆ ਕਰਦੇ। ਆਪ ਜੀ ਨੂੰ ਪਤਾ ਹੈ ਕਿ ਉਹ ਕਿਸੇ ਕੋਲ ਡਰਦੇ ਨਹੀਂ। ਸਿਕੰਦਰ ਬਾਦਸ਼ਾਹ ਨੂੰ ਮੈਂ ਸੰਖੇਪ ਵਿੱਚ ਬੇਨਤੀ ਕਰਾਂ, ਨਮਸਕਾਰ ਨਹੀਂ ਕੀਤੀ। ਤੇ ਸਾਧ ਸੰਗਤ ਜੀ, ਅਖੀਰਕਾਰ ਪਰਮੇਸ਼ਰ ਦੇ ਪਿਆਰੇ ਨੇ ਕਿਹਾ, ਬਾਦਸ਼ਾਹ ਕਿੱਧਰ ਚੱਲਿਆ? ਕਹਿੰਦੇ ਇੱਕ ਨਗਰ ਰਹਿੰਦਾ ਹੈ, ਉਹਨੂੰ ਜਿੱਤਣ ਵਾਸਤੇ ਚੱਲਿਆ। ਉਹ ਫਕੀਰ ਕਹਿੰਦਾ, ਬਾਦਸ਼ਾਹ ਸਾਰੀ ਦੁਨੀਆ ਜਿੱਤ ਲਈ, ਅਜੇ ਵੀ ਮਨ ਦਾ ਟਿਕਾਉ ਨਹੀਂ ਆਇਆ, ਤੇ ਹੁਣ ਇਹ ਨਗਰ ਜਿੱਤ ਕੇ ਵੀ ਮਨ ਟਿਕ ਨਹੀਂ ਸਕਦਾ। ਆ ਤੇਰੀ ਇੱਛਾ ਪੂਰੀ ਨਹੀਂ ਹੋ ਸਕਦੀ। ਤੇਰਾ ਮਨ ਜਿਹੜਾ ਪਦਾਰਥਾਂ ਤੋਂ ਭਰ ਨਹੀਂ ਸਕਦਾ, ਸਾਰੀ ਦੁਨੀਆ ਜਿੱਤ ਲਈ, ਅਜੇ ਵੀ ਭੁੱਖ ਰਹਿੰਦੀ ਹੈ ਮਨ ਵਿੱਚ। ਔਰ ਇਹ ਸੱਚਾਈ ਹੈ ਸਾਧ ਸੰਗਤ ਜੀ। ਬਾਣੀ ਦਾ ਵੀ ਜ਼ਿਕਰ ਹੈ, ਲੱਖ ਕਰੋੜੇ ਮਨ ਨਾ ਹੋਰੇ, ਪਰੇ ਪਰੇ ਹੀ ਕੋਲੂ ਜੀ ਹੈ। ਜਦੋਂ ਮਨੁੱਖ ਕੋਲ ਹਜ਼ਾਰ ਹੋਣ ਤੇ ਲੱਖਾਂ ਦੀ ਉਮੀਦ ਕਰਦਾ, ਲੱਖ ਹੋਣ ਤੇ ਹੋਰ ਲੱਖਾਂ ਦੀ ਉਮੀਦ ਕਰਦਾ, ਫਿਰ ਕਰੋੜਾਂ ਤੱਕ। ਇਹ ਮਨ ਕਦੇ ਰੱਜਦਾ ਨਹੀਂ। ਸਤਿਗੁਰ ਕਹਿੰਦੇ, ਮਨ ਭੁੱਖਾ ਭੁੱਖਾ ਮਤ ਕਰੈ, ਮਤ ਤੂੰ ਕਰੈ ਪੁਕਾਰ। ਸਾਧ ਸੰਗਤ ਜੀ, ਜਿੰਨਾ ਚਿਰ ਨਾਮ ਹਿਰਦੇ ਵਿੱਚ ਨਹੀਂ ਵਸਦਾ, ਇਹ ਮਨ ਦੀਆਂ ਭੁੱਖਾਂ ਮਿਟ ਨਹੀਂ ਸਕਦੀਆਂ। ਔਰ ਮਨ ਦੀਆਂ ਭੁੱਖਾਂ ਦਾ ਜ਼ਿਕਰ ਇਸ ਕਰਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਚੰਡੀ ਦੀ ਵਾਰ ਵਿੱਚ ਕੀਤਾ। ਅੱਜ ਬੜੇ ਸਾਡੇ ਵਿੱਚ ਵਿਤਕਰੇ ਆ ਗਏ, ਬੜੇ ਭਰਮ ਪੈ ਗਏ। ਮੈਂ ਕਹਿੰਦਾ ਚੰਡੀ ਦੀ ਜਿਹੜੀ ਪਾਠ ਦਾ, ਜੋ ਜਿਹੜੇ ਸਿੰਘ ਪਾਠ ਕਰਦੇ ਨੇ, ਜਾਂ ਦਸਮ ਗ੍ਰੰਥ ਦੀ ਬਾਣੀ ਦੀ ਗੱਲ ਕਰਾਂ, ਦਸਮ ਗ੍ਰੰਥ ਦੀ ਬਾਣੀ ਵਿੱਚ ਕਿਸੇ ਵੀ ਦੇਵਤਿਆਂ ਦੀ ਵਡਿਆਈ ਨਹੀਂ ਕੀਤੀ, ਮੰਨਣ ਦੀ ਗੱਲ ਨਹੀਂ ਕੀਤੀ।
ਜੇ ਅਸੀਂ ਕਹੀਏ ਕਿ ਦਸਮ ਦੀ ਬਾਣੀ ਵਿੱਚ ਦੇਵਤਿਆਂ ਦੀ ਗੱਲ ਹੈ, ਪੂਜਣ ਦੀ ਗੱਲ ਹੈ, ਫਿਰ ਇਸ ਤਰੀਕੇ ਨਾਲ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਦੇਵਤਿਆਂ ਦੀ ਗੱਲ ਹੋਈ, ਰਾਮ ਦੀ ਗੱਲ ਹੋਈ, ਰਹੀਮ ਦੀ ਗੱਲ ਹੋਈ, ਹਰ ਇੱਕ ਦੀ ਗੱਲ ਹੋਈ ਹੈ। ਇਹਦੇ ਵਿੱਚ ਤੇ ਵੇਸਵਾ ਦੀ ਗੱਲ ਉਦਾਹਰਣ ਦਿੱਤੇ ਆ ਸਤਿਗੁਰ ਨੇ ਕੇਵਲ। ਦਸਮ ਦੀ ਬਾਣੀ ਚੰਡੀ ਦੀ ਵਾਰ ਵਿੱਚ ਕਹਿੰਦੇ ਜਦੋਂ ਦੇਵਤੇ ਤੇ ਸਾਧ ਸੰਗਤ ਦੈਤਾਂ ਵਿੱਚ ਜੰਗ ਹੋਇਆ ਤੇ ਦੇਵਤੇ ਹਾਰ ਗਏ ਤੇ ਦੈਂਤ ਜਿੱਤ ਗਏ। ਜਦੋਂ ਜੰਗ ਹੋਇਆ ਨਾ ਦੇਵਤਿਆਂ ਤੇ ਦੈਤਾਂ ਵਿੱਚ, ਦੈਂਤ ਹਾਰ ਗਏ ਤੇ ਦੇਵਤੇ ਜਿੱਤ ਗਏ। ਫਿਰ ਦੇਵਤਿਆਂ ਨੇ ਸਾਧ ਸੰਗਤ ਜੀ ਚੰਡੀ ਦੀ ਚੰਡੀ ਜਿਹੜੀ ਦੇਵੀ ਸੀ ਇਹਦੀ ਸਹਾਇਤਾ ਲਈ। ਫਿਰ ਚੰਡੀ ਨੇ ਉਹਨਾਂ ਦੈਤਾਂ ਦਾ ਨਾਸ਼ ਕੀਤਾ। ਇਹ ਵਰਣਨ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਚੰਡੀ ਦੀ ਵਾਰ ਵਿੱਚ ਕੀਤਾ, ਕੋਈ ਵਡਿਆਈ ਨਹੀਂ ਕੀਤੀ, ਉਦਾਹਰਣ ਦਿੱਤਾ ਕੇਵਲ। ਔਰ ਜਦੋਂ ਸਾਧ ਸੰਗਤ ਜੋ ਇੱਕ ਦੈਂਤ ਮਰਦਾ ਸੀ, ਪਾਤਸ਼ਾਹ ਨੇ ਲਿਖਿਆ ਚੰਡੀ ਦੀ ਵਾਰ ਵਿੱਚ ਕਿ ਜਦੋਂ ਚੰਡੀ ਦੇਵੀ ਇੱਕ ਦੈਂਤ ਨੂੰ ਮਾਰਦੀ ਸੀ, ਜਦੋਂ ਦੈਂਤ ਦਾ ਸਿਰ ਕੱਟਿਆ ਜਾਂਦਾ ਸੀ, ਕਹਿੰਦੇ ਜਦੋਂ ਦੈਂਤ ਦਾ ਸਿਰ ਕੱਟਿਆ ਜਾਂਦਾ ਸੀ, ਜਿਹੜੀਆਂ ਲਹੂ ਦੀਆਂ ਬੂੰਦਾਂ ਧਰਤੀ ਤੇ ਡਿੱਗਦੀਆਂ ਸੀ, ਕਹਿੰਦੇ ਜਿੰਨੀਆਂ ਬੂੰਦਾਂ ਡਿੱਗਦੀਆਂ ਸੀ ਉਨੇ ਦੈਂਤ ਹੋਰ ਪੈਦਾ ਹੋ ਜਾਂਦੇ ਸੀ। ਉਦਾਹਰਣ ਹੈ ਕੇਵਲ ਕਿ ਸਾਡਾ ਮਨ ਵੀ ਸਾਧ ਸੰਗਤ ਜੀ ਇੱਕ ਇੱਛਾ ਪੂਰੀ ਨਹੀਂ ਹੁੰਦੀ, ਹਜ਼ਾਰ ਇੱਛਾ ਹੋਰ ਖੜੀਆਂ ਹੋ ਜਾਂਦੀਆਂ। ਆ ਦੇਖਿਓ ਕਿਤੇ ਇੱਕ ਕਾਰਜ ਵਾਸਤੇ ਅਰਦਾਸ ਕਰੀਏ ਨਾ ਪਾਤਸ਼ਾਹ ਅੱਗੇ ਤੇ ਉਹ ਕਿਤੇ ਕਾਰਜ ਪੂਰਾ ਹੋ ਜੇ, ਹੋਰ ਦੀ ਇੱਛਾ ਤੁਰ ਪੈਂਦੀ ਹੈ, ਸਤਿਗੁਰੂ ਇਹ ਵੀ ਦੇ ਦਿਓ, ਇਹ ਵੀ ਕਰ ਦਿਓ। ਸਾਧ ਸੰਗਤ ਜੀ ਧੰਨ ਗੁਰੂ ਅਮਰਦਾਸ ਪਿਤਾ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਕਿ ਇਹ ਭਾਈ ਤੂੰ ਪਰਮੇਸ਼ਰ ਦੇ ਨਾਮ ਨੂੰ ਜਪਣਾ ਕਰ, ਪਰਮੇਸ਼ਰ ਦਾ ਨਾਮ ਜਪਿਆ ਇਹ ਦੋਨੇ ਗੱਲਾਂ ਤੋਂ ਨਿਵਰਤ ਹੋ ਜਾਏਗਾ। ਇੱਕ ਤੇ ਤੈਨੂੰ ਸਜੋ ਤੂੰ ਮੰਗਦਾ ਕਿ ਸਾਰੇ ਕਾਰਜ ਮੇਰੇ ਰਾਸ ਹੋਣ ਤੇ ਸਾਰੇ ਰਾਸ ਹੋਣਗੇ, ਤੇ ਦੂਜਾ ਮੰਗਦਾ ਮੈਨੂੰ ਕੋਈ ਦੁੱਖ ਨਾ ਲੱਗੇ ਤੇ ਇਹ ਵੀ ਤੇਰਾ ਕਾਰਜ ਰਾਸ ਹੋਵੇਗਾ। ਪਰ ਕਦੋਂ? ਜਦੋਂ ਸਾਧ ਸੰਗਤ ਜੀ ਅਸੀਂ ਆਪਣਾ ਪੱਲਾ ਗਿਆਨ ਰੂਪੀ ਪੱਲਾ, ਭਾਵ ਮਤ ਰੂਪੀ ਪੱਲਾ ਜਦੋਂ ਗੁਰੂ ਨੂੰ ਫੜਾਵਾਂਗੇ ਤੇ ਗੁਰੂ ਦੀ ਮਤ ਨੂੰ ਜੀਵਨ ਵਿੱਚ ਲਵਾਂਗੇ, ਧਰਮ ਨੂੰ ਜੀਵਨ ਵਿੱਚ ਲਵਾਂਗੇ, ਤੇ ਫਿਰ ਗੁਰੂ ਸਾਡੇ ਕਾਰਜ ਰਾਸ ਕਰ ਦਿੰਦਾ ਹੈ। ਆ ਤੁਸੀਂ ਦੇਖੋਗੇ ਜਦੋਂ ਵਿਆਹ ਹੁੰਦਾ ਤੇ ਵਿਆਹ ਦੇ ਸਮੇਂ ਤੇ ਇੱਕ ਸ਼ਬਦ ਪੜ੍ਹਦੇ ਆ, ਹੱਬੇ ਸਾਖ ਪੁੜਾਵੇ ਡਿਠੇ ਤੋਂ ਪੱਲੇ ਟੈਂਡੇ ਲਾਗੀ। ਹੁਣ ਜੇ ਕੋਈ ਮਨੁੱਖ ਆਪਣੇ ਬੱਚੇ ਦਾ ਵਿਆਹ ਕਰਨ ਵਾਸਤੇ ਆਇਆ, ਮੰਨ ਲਓ ਉਹਦੇ ਕੋਲ 50 ਕਰੋੜ ਦੀ ਜ਼ਮੀਨ ਜਾਇਦਾਦ ਹੈ, ਪਰ ਜਦੋਂ ਸਾਧ ਸੰਗਤ ਜੀ ਆਪਣੀ ਧੀ ਦਾ ਪੱਲਾ ਬੱਚੇ ਨੂੰ ਫੜਾ ਦਿੰਦਾ ਤੇ ਕਹਿੰਦੇ ਜਿੰਨੇ ਕ ਮਾਇਆ ਦਾ ਭਾਵ, ਜਿੰਨੀ ਕੁ ਮਾਇਆ ਪਰਿਵਾਰ ਕੋਲ ਹੁੰਦੀ ਹੈ, ਮੁੰਡੇ ਵਾਲਿਆਂ ਕੋਲ ਹੁੰਦੀ, ਕਹਿੰਦੇ ਉਸੇ ਸਮੇਂ ਅੱਧੀ ਮਾਲਕਣੀ ਉਹ ਬੱਚੀ ਬਣ ਜਾਂਦੀ ਹੈ। ਆਪ ਜੀ ਨੂੰ ਪਤਾ ਹੈ ਨਾ ਕਿ ਜਦੋਂ ਪੱਲਾ ਫੜਾਇਆ ਗਿਆ, ਜਿੰਨੀ ਕੁ ਜਾਇਦਾਦ ਮੁੰਡੇ ਕੋਲ ਹੈ ਉਹਦੀ ਅੱਧੀ ਮਾਲਕਣੀ ਹੋ ਜਾਂਦੀ ਹੈ। ਸਤਿਗੁਰੂ ਕਹਿੰਦੇ ਜਦੋਂ ਕੋਈ ਆਪਣੀ ਮਤ ਰੂਪੀ ਪੱਲਾ ਗੁਰੂ ਨੂੰ ਫੜਾਉਂਦਾ ਤੇ ਸਤਿਗੁਰੂ ਦੇ ਸ਼ਬਦ ਦਾ ਧਿਆਨ ਹਿਰਦੇ ਵਿੱਚ ਕਰਦਾ, ਪਾਤਸ਼ਾਹ ਕਹਿੰਦੇ ਉਹਦੇ ਸਾਰੇ ਕਾਰਜ ਸਾਧ ਸੰਗਤ ਰਾਸ ਹੋ ਜਾਂਦੇ ਨੇ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਹੁਣ ਹਰੀ ਪਰਮੇਸ਼ਰ ਦੇ ਨਾਲ ਕਿਵੇਂ ਰਹਿਣਾ ਹਰ ਵੇਲੇ? ਪਹਿਲਾਂ ਤੇ ਮਹਾਰਾਜ ਨੇ ਬਚਨ ਕੀਤਾ ਕਿ 24 ਘੰਟਿਆਂ ਵਿੱਚੋਂ 2.5 ਘੰਟੇ ਬੜੇ ਜ਼ਰੂਰੀ ਹੈ। ਆ ਦੇਖਿਓ ਅਸੀਂ ਕਿੰਨੇ ਕੁ 2.5 ਘੰਟੇ ਗੁਰੂ ਨੂੰ ਦਿੰਦੇ ਆ। ਜੀਵਨ ਵਿੱਚ ਝਾਤੀ ਮਾਰਿਓ, ਪਾਤਸ਼ਾਹ ਕਹਿੰਦੇ ਦਸਵੰਧ ਜ਼ਰੂਰ ਕੱਢੀ। ਸਭ ਤੋਂ ਪਹਿਲਾਂ ਤਾਂ ਦਸਵੰਧ ਕੱਢੀ, 2.5 ਘੰਟੇ ਬਣਦੇ ਨੇ। ਸਾਧ ਸੰਗਤ ਜੀ ਜੇ ਅੱਜ ਤੋਂ ਨਹੀਂ ਦਿੰਦੇ ਤੇ ਦੇਣਾ ਸ਼ੁਰੂ ਕਰ ਦਿਓ, ਫਿਰ ਸਤਿਗੁਰੂ ਦੇ ਘਰ ਦੀਆਂ ਬਖਸ਼ਿਸ਼ਾਂ ਦੇਖਿਓ, ਮੰਗਣ ਦੀ ਲੋੜ ਨਹੀਂ ਪਵੇਗੀ। ਵਿਚਾਰਨ ਦੇ ਨਾਲ, ਫੁਰਨਿਆਂ ਦੇ ਨਾਲ ਸਤਿਗੁਰੂ ਕਾਰਜ ਪੂਰੇ ਕਰਦੇ ਆ। ਸੱਚੇ ਪਾਤਸ਼ਾਹ ਜੀ ਕਹਿੰਦੇ ਜਦੋਂ ਭਾਈ ਮਹਾ ਸਿੰਘ ਜੀ ਅਨੰਦਪੁਰ ਸਾਹਿਬ ਦੀ ਧਰਤੀ ਤੇ 8 ਮਹੀਨਿਆਂ ਦੇ ਘੇਰੇ ਵਿੱਚੋਂ ਭਾਈ ਮਹਾ ਸਿੰਘ ਨੇ ਕਿਹਾ, ਪਾਤਸ਼ਾਹ ਮੈਂ ਜਾਣਾ ਚਾਹੁੰਦਾ, ਮੈਂ ਤੇਰਾ ਪੱਲਾ ਛੱਡਣਾ ਚਾਹੁੰਦਾ, ਮੇਰੇ ਕੋਲ ਭੁੱਖ ਜਰੀ ਨਹੀਂ ਜਾਂਦੀ। ਕਈ ਇਤਿਹਾਸਕਾਰਾਂ ਨੇ ਹੋਰ ਵੀ ਕਈ ਕਾਰਨ ਦੱਸੇ ਆ, ਕੁਝ ਕਾਰਨ ਉਹ ਸਹੀ ਵੀ ਲੱਗਦੇ ਆ। ਆਪਾਂ ਸੁਣਿਆ ਕੇਵਲ ਇਹ ਕਾਰਜ ਸੀ ਕਿ ਭਾਈ ਮਹਾ ਸਿੰਘ ਕੋਲੋਂ ਭੁੱਖ ਨਹੀਂ ਜਰੀ ਗਈ। ਅਸੀਂ ਇਹੀ ਵੱਡਾ ਮਤਲਬ ਸਮਝਦੇ, ਸੁਣਿਆ ਵੀ ਬੜਾ ਇਹ ਹੈ। ਪਰ ਕਈ ਇਤਿਹਾਸਕਾਰ ਲਿਖਦੇ ਨੇ ਕਿ ਲਾਹੌਰ ਦੀ ਸਰਕਾਰਾਂ ਨੇ ਮਿਲ ਕੇ ਦੇ ਰਿਸ਼ਤੇਦਾਰਾਂ ਨਾਲ ਮਿਲ ਕੇ ਇਹਨੂੰ ਸਾਧ ਸੰਗਤ ਜੀ ਆਪਣੇ ਵੱਲ ਖਿੱਚਿਆ। ਉਹਦੇ ਵਿੱਚ ਕਈ ਗੱਲਾਂ ਇਹ ਆਉਂਦੀਆਂ ਕਿ ਜਦੋਂ ਭਾਈ ਮਹਾ ਸਿੰਘ ਜੀ ਤੁਰੇ ਨੇ ਅਨੰਦਪੁਰ ਸਾਹਿਬ ਤੋਂ, ਸਰਕਾਰਾਂ ਨੇ ਕੁਝ ਨਹੀਂ ਕਿਹਾ। ਉਹ ਕਿਵੇਂ ਘਰ ਤੱਕ ਪਹੁੰਚ ਗਏ?
ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਅਨੰਦਪੁਰ ਛੱਡਦੇ ਤੇ ਪਰਿਵਾਰ ਵਿਛੋੜੇ ਤੱਕ ਨਹੀਂ ਪਹੁੰਚਣ ਦਿੰਦੇ ਜ਼ਾਲਮ। ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਕਿਲਾ ਛੱਡਦੇ ਆ, ਜਿਹੜੀ ਸਰਕਾਰਾਂ ਨੇ, ਹੁਕੂਮਤ ਨੇ ਪਰਿਵਾਰ ਵਿਛੋੜੇ ਤੱਕ ਨਹੀਂ ਪਹੁੰਚਣ ਦਿੰਦੇ, ਸਰਸਾ ਨਦੀ ਤੱਕ ਨਹੀਂ ਪਹੁੰਚਣ ਦਿੰਦੇ, ਤੇ ਭਾਈ ਮਹਾ ਸਿੰਘ ਆਪਣੇ ਸਾਥੀਆਂ ਸਮੇਤ ਨਗਰ ਪਹੁੰਚ ਜਾਂਦੇ ਆ। ਇਹ ਕਾਰਨ ਕੀ ਸੀ? ਇਹ ਸਰਕਾਰਾਂ ਨਾਲ ਮਿਲੀ ਹੋਈ ਸਾਜ਼ਿਸ਼ ਸੀ। ਪਰ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ, ਮਹਾ ਸਿੰਘਾ ਸਾਨੂੰ ਪਤਾ ਤੂੰ ਭੁੱਖ ਜਰ ਸਕਦਾ ਸੀ, ਪਰ ਤੂੰ ਜਾਣਾ ਚਾਹੁੰਦਾ ਚਲਾ ਜਾ, ਪਰ ਆਉਣ ਵਾਲੀ ਦੁਨੀਆ ਵਿੱਚ ਇਹ ਨਹੀਂ ਹੋਵੇਗਾ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਿੱਖ ਜਿਹੜਾ ਉਹ ਜੰਗ ਦੇ ਵਿੱਚੋਂ ਭਾਵ ਚਲੇ ਗਿਆ, ਜੰਗ ਛੱਡ ਕੇ ਚਲੇ ਗਿਆ। ਸਾਨੂੰ ਇਹ ਲਿਖ ਕੇ ਦੇ ਜਾ ਕਿ ਸਾਧ ਸੰਗਤ ਜੀ ਕਿ ਮੈਂ ਤੁਹਾਡਾ ਸਿੱਖ ਨਹੀਂ ਤੇ ਤੁਸੀਂ ਸਾਡੇ ਗੁਰੂ ਨਹੀਂ। ਇਹ ਆਪਾਂ ਬੜੀ ਵਾਰੀ ਵਿਚਾਰਿਆ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਨੇ ਕਿਹਾ, ਭਾਈ ਮਹਾ ਸਿੰਘ ਇਹ ਲਿਖ ਕੇ ਦੇ ਕੇ ਜਾ, ਤੇ ਭਾਈ ਮਹਾ ਸਿੰਘ ਨੇ ਲਿਖ ਦਿੱਤਾ ਕਿ ਮੈਂ ਤੁਹਾਡਾ ਸਿੱਖ ਨਹੀਂ, ਤੁਸੀਂ ਸਾਡੇ ਗੁਰੂ ਨਹੀਂ। ਤੇ ਬੜੀ ਵਿਚਾਰ ਦੀ ਗੱਲ ਹੈ। ਕਹਿੰਦੇ ਭਾਈ ਮਹਾ ਸਿੰਘ ਕਿਸੇ ਨੇ ਕੁਝ ਨਹੀਂ ਕਿਹਾ, ਕੋਈ ਜ਼ਾਲਮ ਨੇ ਨਹੀਂ ਫੜਿਆ, ਨਗਰ ਤੱਕ ਪਹੁੰਚ ਗਏ ਭਾਈ ਸਾਹਿਬ। ਔਰ ਜਦੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਮੁਕਤਸਰ ਸਾਹਿਬ ਦੀ ਧਰਤੀ ਤੇ ਜਾਂਦੇ ਆ, ਜੰਗ ਹੁੰਦਾ ਹੈ, ਭਾਈ ਮਹਾ ਸਿੰਘ ਫਿਰ ਸਾਧ ਸੰਗਤ ਜੀ ਆਉਂਦੇ ਨੇ, ਤੇ ਆ ਕਰਕੇ ਜਦੋਂ ਜੰਗ ਦੀ ਸਮਾਪਤੀ ਹੈ, ਮਹਾਰਾਜ ਨੇ ਭਾਈ ਮਹਾ ਸਿੰਘ ਦਾ ਸਿਰ ਆਪਣੇ ਪੱਟ ਤੇ ਰੱਖਿਆ, ਰੁਮਾਲ ਨਾਲ ਭਾਈ ਮਹਾ ਸਿੰਘ ਦਾ ਸਾਧ ਸੰਗਤ ਜੀ ਉਹ ਮੂੰਹ ਪੂਛਿਆ ਲਹੂ ਨਾਲ ਲਿਬੜਿਆ ਹੋਇਆ, ਤੇ ਭਾਈ ਮਹਾ ਸਿੰਘ ਅੱਖਾਂ ਖੋਲਦੇ ਤੇ ਗੁਰੂ ਗੋਬਿੰਦ ਸਿੰਘ ਸਾਹਮਣੇ ਨੇ ਫਿਰ ਅੱਖਾਂ ਬੰਦ ਕਰ ਲੈਂਦੇ ਆ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਿਹਾ, ਮਹਾ ਸਿੰਘ ਕੀ ਗੱਲ ਅੱਖਾਂ ਖੋਲਦਾ ਬੰਦ ਕਰ ਲੈਂਦਾ? ਸੱਚੇ ਪਾਤਸ਼ਾਹ ਜਦੋਂ ਦੀ ਇਹ ਗੱਲ ਕਹੀ ਹੈ, ਵਿਦਾਵਾ ਦੇ ਕੇ ਆਇਆ ਕਿ ਤੁਸੀਂ ਮੇਰੇ ਗੁਰੂ ਨਹੀਂ, ਮੈਂ ਤੁਹਾਡਾ ਸਿੱਖ ਨਹੀਂ, ਉਦੋਂ ਤੋਂ ਲੈ ਕੇ ਹੁਣ ਤੱਕ ਉਹ ਆਵਾਜ਼, ਉਹ ਲਿਖੀ ਹੋਈ ਗੱਲ ਮੈਨੂੰ ਸੁਣ ਨਹੀਂ ਦਿੰਦੀ। ਸੱਚੇ ਪਾਤਸ਼ਾਹ ਕਿਰਪਾ ਕਰੋ। ਪਰ ਦੇਖਿਓ ਅੱਜ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਬਿਰਧ ਪਾਤਸ਼ਾਹ ਜੀ ਨੇ ਉਹ ਇਤਿਹਾਸਕਾਰ ਲਿਖਦੇ ਆ ਕਿ ਉਹ ਪਰਚਾ ਕੱਢਿਆ, ਜਿਸ ਪਰਚੇ ਉੱਤੇ ਭਾਈ ਸਾਹਿਬ ਨੇ ਲਿਖਿਆ ਸੀ, ਉਹ ਪਰਚਾ ਕੱਢਿਆ ਕਿ ਤੁਸੀਂ ਸਾਡੇ ਗੁਰੂ ਨਹੀਂ, ਅਸੀਂ ਤੁਹਾਡੇ ਸਿੱਖ ਨਹੀਂ। ਉਹ ਪਰਚਾ ਕੱਢ ਕੇ ਕਿਹਾ, ਮਹਾ ਸਿੰਘਾ ਇਹ ਪੇਪਰ ਤੂੰ ਹੀ ਦਿੱਤਾ ਸੀ? ਕਹਿੰਦੇ ਹਾਂ ਮਹਾਰਾਜ। ਕਹਿੰਦੇ ਇੱਕ ਪਾਸੇ ਤੂੰ ਲਿਖਿਆ ਸੀ ਕਿ ਤੁਸੀਂ ਸਾਡੇ ਗੁਰੂ ਨਹੀਂ, ਅਸੀਂ ਤੁਹਾਡੇ ਸਿੱਖ ਨਹੀਂ, ਪਰ ਦੂਜਾ ਪਾਸਾ ਦੇਖ ਅਜੇ ਵੀ ਖਾਲੀ ਹੈ, ਮੈਂ ਨਹੀਂ ਲਿਖਿਆ ਕਿ ਤੂੰ ਸਾਡਾ ਸਿੱਖ ਨਹੀਂ। ਕਹਿੰਦੇ ਮੈਂ ਤੇ ਲਿਖਿਆ ਹੀ ਨਹੀਂ, ਤੂੰ ਆਪਣੇ ਵੱਲੋਂ ਲਿਖ ਦਿੱਤਾ, ਮੈਂ ਖਾਲੀ ਛੱਡਿਆ, ਪਤਾ ਨਹੀਂ ਸਿੱਖ ਕਦੋਂ ਦੁਬਾਰਾ ਵਾਪਸ ਆ ਜਾਏ। ਸੋ ਸਾਧ ਸੰਗਤ ਜੀ ਸਾਹਿਬ ਦਾ ਬਚਨ ਹੈ, ਜੋ ਕਿਛ ਠਾकुर का सो सेवक का, ਜੋ ਗੁਰੂ ਸਾਹਿਬ ਦਾ ਹੈ ਉਹ ਸੇਵਕ ਦਾ ਬਣ ਜਾਂਦਾ ਜਦੋਂ ਸੇਵਕ ਗੁਰੂ ਦਾ ਹੋ ਜਾਂਦਾ। ਜਦੋਂ ਕੋਈ ਗੁਰੂ ਨੂੰ ਆਪਣਾ ਮੰਨ ਲੈਂਦਾ, ਗੁਰੂ ਦੀ ਯਾਦ ਆਪਣੇ ਹਿਰਦੇ ਵਿੱਚ ਵਸਾ ਲੈਂਦਾ, ਜਿਵੇਂ ਪੱਲਾ ਫੜਾਉਣ ਲੱਗਿਆ ਹੀ ਸਾਰੀ ਜਾਇਦਾਦ ਦੀ ਮਾਲਕ ਨਹੀਂ ਉਹ ਬੱਚੀ ਬਣ ਜਾਂਦੀ ਹੈ। ਸਾਹਿਬ ਕਹਿੰਦੇ ਜਦੋਂ ਸਿੱਖ ਗੁਰੂ ਦਾ ਹੋ ਜਾਂਦਾ ਤੇ ਜੋ ਕੁਝ ਗੁਰੂ ਦਾ ਹੈ ਉਹ ਸਿੱਖ ਦਾ ਹੋ ਜਾਂਦਾ। ਕਿਉਂਕਿ ਸਾਹਿਬ ਦੇ ਬਚਨ ਆਉਂਦੇ ਨੇ, ਸਾਧ ਸੰਗਤ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਬਚਨ ਨੇ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹਾਂ ਕਰੋ ਨਿਵਾਸ, ਖਾਲਸਾ ਮੇਰੋ ਪਿੰਡ ਪ੍ਰਾਨ, ਇਹ ਸਾਰੇ ਬਚਨ ਅਸੀਂ ਪੜ੍ਹਦੇ ਹਾਂ। ਸਤਿਗੁਰੂ ਪਾਤਸ਼ਾਹ ਕਹਿੰਦੇ, ਜੋ ਕਿਛ ਠਾकुर का सो सेवक का, ਸੇਵਕ ਠਾकुर ਹੀ ਸੰਗ ਜਾਹਰ ਜੀਓ। ਜਦੋਂ ਕੋਈ ਪਰਮੇਸ਼ਰ ਵਾਹਿਗੁਰੂ ਦਾ ਹੋ ਜਾਂਦਾ ਸਾਰਾ ਕੁਝ ਸਾਧ ਸੰਗਤ ਜੀ ਗੁਰੂ ਕੇ ਪਿਆਰੇ ਦਾ ਹੋ ਜਾਂਦਾ। ਪਾਤਸ਼ਾਹ ਕਹਿੰਦੇ ਭਾਈ ਜਦੋਂ ਕੋਈ ਗੁਰੂ ਦੀ ਮੱਤ ਨੂੰ ਧਾਰਨ ਕਰਦਾ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ। ਪਾਤਸ਼ਾਹ ਕਹਿੰਦੇ ਜਦੋਂ ਹਰੀ ਦੇ ਨਾਲ ਮਨ ਜੁੜਦਾ ਤੇ ਸਾਧ ਸੰਗਤ ਜੀ ਕਹਿੰਦੇ, ਪਾਤਸ਼ਾਹ ਕਹਿੰਦੇ ਸਾਰੇ ਦੁੱਖਾਂ ਦੀ ਨਿਵਰਤੀ ਹੋ ਜਾਂਦੀ ਹੈ। ਇਹ ਦੋ ਕਾਰਜ ਨੇ ਨਾ, ਇੱਕ ਤੇ ਸਾਰੇ ਕਾਰਜ ਸਵਰ ਜਾਣ, ਇੱਕ ਕੋਈ ਦੁੱਖ ਨਾ ਲੱਗੇ। ਪਾਤਸ਼ਾਹ ਕਹਿੰਦੇ ਅੰਗੀਕਾਰੋ ਕਰੇ ਤੇਰਾ, ਕਾਰਜ ਸਭ ਸਵਾਰਨਾ। ਫਿਰ ਉਹ ਪਰਮੇਸ਼ਰ ਆਪਣੇ ਪਿਆਰੇ ਦਾ ਪੱਖ ਪੂਰਦਾ ਹੈ, ਫਿਰ ਉਹਨੂੰ ਕੋਈ ਦੁੱਖ ਨਹੀਂ ਲੱਗਣ ਦਿੰਦਾ, ਉਹਦੇ ਸਾਰੇ ਕਾਰਜ ਸਵਾਰ ਦਿੰਦਾ ਤੇ ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰੇ। ਸਤਿਗੁਰ ਕਹਿੰਦੇ ਜਿਹੜਾ ਪ੍ਰਮਾਤਮਾ ਸਾਰੀਆਂ ਗੱਲਾਂ ਤੋਂ ਸਮਰੱਥ ਹੈ, ਇਹ ਮੇਰੇ ਮਨ ਤੂੰ ਕਿਉਂ ਵਿਸਾਰਿਆ ਹੋਇਆ? ਕਿਉਂਕਿ ਇੱਕ ਬਚਨ ਗੁਰੂ ਤੇਗ ਬਹਾਦਰ ਸਾਹਿਬ ਦਾ ਮੈਂ ਆਪ ਜੀ ਨਾਲ ਸਾਂਝਾ ਕਰਕੇ ਸਮਾਪਤੀ ਵੱਲ ਚੱਲਾਂ। ਅਸੀਂ ਬੜੀ ਵਾਰੀ ਬਚਨ ਪੜ੍ਹ ਕੇ ਇਹ ਵਿਚਾਰ ਕਰਦੇ ਕਿ ਬਚਨ ਬਜ਼ੁਰਗਾਂ ਲਈ ਨੇ,
नहीं साध संगत जी सह बचन कर दे सिर कंपियो पग डगमगे नैन जोत तेहीन कहो नानक बिद पई तऊ नहर रसलीन। पातशाह कहंदे जे कोई मनुख जवानी विच है ते समझ लेना बुढ़ापे विच परमात्मा दा रस नहीं आ सकदा। ਇਹ ਜਿਹੜੀ ਪੰਕਤੀ ਹੈ ਬਜ਼ੁਰਗਾਂ ਲਈ ਨਹੀਂ, ਇਹ ਜਵਾਨੀ ਵਿੱਚ ਜਿਸ ਅਵਸਥਾ ਵਿੱਚ ਮਨੁੱਖ ਹੈ ਉਹਦੀ ਅਵਸਥਾ ਦਾ ਜ਼ਿਕਰ ਕੀਤਾ ਹੈ ਕਿ ਜੇ ਬਜ਼ੁਰਗ ਵੱਲ ਦੇਖੇ ਤੇ ਸਿਰ ਡਗਮਗਾਉਂਦਾ ਹੈ, ਇੱਕ ਜਗ੍ਹਾ ਤੇ ਖੜਾ ਨਹੀਂ ਹੋ ਸਕਦਾ ਜਦ ਬਜ਼ੁਰਗ ਮਨੁੱਖ। ਸਿਰ ਕੰਪਿਓ ਪੜੋ ਸਾਰੇ ਪੱਗ ਡਗਮਗੇ, ਦੂਰ ਨਹੀਂ ਚੱਲ ਕੇ ਜਾ ਸਕਦਾ, ਸੰਗਤ ਵਿੱਚ ਨਹੀਂ ਆ ਸਕਦਾ। ਆ ਤੁਸੀਂ ਦੇਖੋਗੇ ਜਦੋਂ ਕੋਈ ਬਜ਼ੁਰਗ ਹੋ ਜੇ ਕਈ ਵਾਰੀ ਉਹ ਆਪਣੇ ਪੈਰਾਂ ਤੇ ਨਹੀਂ ਖੜਾ ਹੋ ਸਕਦਾ। ਬੜੇ ਬਜ਼ੁਰਗ ਨੇ ਇੱਥੇ, ਗਿਆਨੀ ਜੀ ਬੜਾ ਮਨ ਕਰਦਾ ਗੁਰਦੁਆਰੇ ਆਉਣ ਦਾ ਪਰ ਕੱਲੇ ਨਹੀਂ ਆ ਸਕਦੇ, ਕੱਲੇ ਡਿੱਗ ਜਾਂਦੇ ਆ, ਬਾਥਰੂਮ ਤੱਕ ਨਹੀਂ ਜਾ ਸਕਦੇ, ਉਹਨਾਂ ਨੂੰ ਫੜ ਕੇ ਲੈ ਜਾਇਆ ਜਾਂਦਾ। ਖਾਲਸਾ ਜੀ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਐ ਪਿਆਰੇ ਮਨੁੱਖ ਤੂੰ ਆਪਣੇ ਮਨ ਵਿੱਚ ਵਿਚਾਰ ਲੈ ਜੇ ਤੇਰੀਆਂ ਟੰਗਾਂ ਲੱਤਾਂ ਕੰਮ ਕਰਦੀਆਂ ਨੇ ਤੂੰ ਗੁਰੂ ਘਰ ਆ ਸਕਦਾ ਹੈ, ਅਜੇ ਤੇਰਾ ਸਿਰ ਕੰਮ ਕਰਦਾ ਹੈ ਤੂੰ ਗੁਰੂ ਦੀ ਮੱਤ ਨੂੰ ਧਾਰਨ ਕਰ ਸਕਦਾ ਹੈ। ਪਰ ਜਦੋਂ ਇਹ ਅਵਸਥਾ ਹੋ ਗਈ ਫਿਰ ਸਿਰ ਕੰਪਿਓ ਪੱਗ ਡਗਮਗੇ ਤੇ ਜਿੰਨਾ ਅੱਖਾਂ ਤੋਂ ਤੂੰ ਬਾਣੀ ਪੜ੍ਹਦਾ, ਜਿੰਨਾ ਅੱਖਾਂ ਤੋਂ ਗੁਰੂ ਦੇ ਦੀਦਾਰ ਕਰਦਾ, ਬਜ਼ੁਰਗੀ ਦੇ ਵਿੱਚ ਸਤਿਗੁਰੂ ਦੇ ਦੀਦਾਰ ਨਹੀਂ ਹੋਣੇ। ਨੈਣ ਜੋਤ ਤੇ ਹੀਨ ਕਹੋ ਨਾਨਕੇ ਬਿਦ ਪਈ ਤਉ ਨਾ ਹਰ ਰਸ ਲੀ। ਕਹਿੰਦੇ ਫਿਰ ਇਹ ਬਿਦ ਹੋ ਜਾਵੇਗੀ ਤੇਰੇ ਨਾਲ, ਫਿਰ ਪ੍ਰਮਾਤਮਾ ਦੇ ਨਾਮ ਦਾ ਰਸ ਨਹੀਂ ਲੈ ਸਕਦਾ। ਬੜੇ ਹੋਏ ਸਾਧ ਸੰਗਤ ਜੀ ਦੁਨੀਆ ਤੇ, ਮੈਂ ਸਾਰਿਆਂ ਦਾ ਜ਼ਿਕਰ ਨਹੀਂ ਕਰ ਸਕਦਾ, ਸਮੇਂ ਵਿੱਚ ਸੀਮਤ ਰਹਿ ਕੇ ਬੇਨਤੀ ਕਰਾਂ। ਜਿਵੇਂ ਸਿਕੰਦਰ ਦਾ ਜ਼ਿਕਰ ਕੀਤਾ, ਸਿਕੰਦਰ ਸਾਰੀ ਦੁਨੀਆ ਜਿੱਤ ਗਿਆ ਪਰ ਮਨ ਦੀ ਇੱਛਾਵਾਂ ਪੂਰੀਆਂ ਨਹੀਂ ਹੋਈਆਂ। ਸਤਿਗੁਰ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜ਼ਿਕਰ ਕੀਤਾ ਕਿ ਸਾਧ ਸੰਗਤ ਜੀ ਮੇਰੀ ਮੇਰੀ ਕਹਿਰੋ ਕਰਤੇ ਦੁਰਜੋਧਨ ਸੇ ਭਾਈ 12 ਜੋਜਨ ਛਤਰ ਚਲੇ ਥਾ ਦੇਹੀ ਗਿਰਜਨ ਖਾਈ। ਆ ਸਾਡਾ ਤਾਂ ਰਾਜ ਹੀ ਕੁਝ ਨਹੀਂ, ਸਾਡੇ ਕੋਲ ਤਾਂ ਪਦਾਰਥ ਕੁਝ ਨਹੀਂ। ਕਹਿੰਦੇ ਸਾਧ ਸੰਗਤ ਜੀਓ ਦੁਰਜੋਧਨ ਵਰਗੇ ਜਦੋਂ ਨਿਕਲਦੇ ਸੀ ਬਾਹਰ, ਆ ਦੇਖਿਓ ਕਿੰਨੀ ਵੱਡੀ ਮਹਿਮਾ ਹੋਵੇਗੀ ਦੁਰਜੋਧਨ ਦੀ। ਕਹਿੰਦੇ ਜਦੋਂ ਬਾਹਰ ਨਿਕਲਦੇ ਸੀ 12 ਜੋਜਨ ਤੱਕ ਛਤਰ ਲੈ ਕਰਕੇ ਲੋਕ ਖੜੇ ਹੋ ਜਾਂਦੇ ਸੀ। ਮੇਰੀ ਮੇਰੀ ਕਹਿਰੋ ਕਰਤੇ ਦੁਰਜੋਧਨ ਸੇ ਭਾਈ 12 ਜੋਜਨ ਛਤਰ ਚਲੇ ਥਾ ਦੇਹੀ ਗਿਰਜ ਨਾ ਖਾਈ। ਭਾਵ ਕਿ ਉਹਨਾਂ ਨੂੰ ਅੰਤਲੇ ਸਮੇਂ ਸਾਧ ਸੰਗਤ ਜੀ ਗਿੱਜਾ ਨੇ ਵੀ ਨਹੀਂ ਖਾਧਾ। ਇੱਕ ਹੋਰ ਉਦਾਹਰਣ ਬੇਨਤੀ ਕਰਾਂ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਰਾਵਣ ਦਾ ਜ਼ਿਕਰ ਕੀਤਾ। ਇੱਛਾਵਾਂ ਕਦੇ ਪੂਰੀਆਂ ਨਹੀਂ ਹੁੰਦੀਆਂ। सर्व सोइन की लंका होती रावण से अधकाई कहां भयो दर बांधे हाथी खिन में पई पराई। ਮਨੁੱਖ ਨੂੰ ਸਦਾ ਸੰਤੋਖ ਵਿੱਚ ਜੀਵਨ ਜਿਉਣਾ ਚਾਹੀਦਾ ਹੈ, ਕਿਉਂਕਿ ਸਾਧ ਸੰਗਤ ਜੀ ਜਿੰਨਾ ਚਿਰ ਸੰਤੋਖ ਨਹੀਂ ਉਨਾ ਚਿਰ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੋ ਸਕਦੀ। ਪਾਤਸ਼ਾਹ ਕਹਿੰਦੇ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਜਿਹੜੇ ਸਾਰੀਆਂ ਗੱਲਾਂ ਤੋਂ ਸਮਰੱਥ ਹੈ ਇਹ ਮੇਰੇ ਮਨ। ਪਹਿਲਾਂ ਵੀ ਪਾਤਸ਼ਾਹ ਦੇ ਆਰੰਭਤਾ ਵਿੱਚ ਵੀ ਮਨ ਦਾ ਜ਼ਿਕਰ ਹੈ, ਇਹ ਮਨ ਮੇਰੇ ਆ। ਤੇ ਸਮਾਪਤੀ ਪੌੜੀ ਵਿੱਚ ਕਰਦੇ ਆ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਹੈ ਮੇਰੇ ਮਨ ਤੂੰ ਸਦਾ ਪ੍ਰਮਾਤਮਾ ਨਾਲ ਜੁੜਿਆ ਰਹਿ, ਕਿਉਂਕਿ ਜੁੜਨ ਵਿੱਚ ਤੇਰੇ ਸਾਰੇ ਕਾਰਜ ਪੂਰੇ ਹੋਣਗੇ। ਜੁੜਿਆ ਹੀ ਤੂੰ ਹਰ ਦੁੱਖ ਤੋਂ ਦੂਰ ਰਵੇਂਗਾ। ਸਤਿਗੁਰ ਕਿਰਪਾ ਕਰਨ ਸੋਝੀ ਬਖਸ਼ਣ ਨਾਮ ਧਨ ਦੀ ਦਾਤ ਬਖਸ਼ਣ। ਤੇ ਅੱਜ ਸਤਿਗੁਰ ਪਾਤਸ਼ਾਹ ਧੰਨ ਗੁਰੂ ਅਮਰਦਾਸ ਪਿਤਾ ਜੀ ਸਾਨੂੰ ਸਾਰਿਆਂ ਨੂੰ ਪਾਤਸ਼ਾਹ ਸੰਤੋਖ ਦੀ ਦਾਤ ਬਖਸ਼ਿਸ਼ ਕਰਕੇ ਨਾਮ ਧਨ ਖਜ਼ਾਨਾ ਬਖਸ਼ਿਸ਼ ਕਰਕੇ ਨਿਵਾਜਣਾ ਕਰਨ। ਦਾਸ ਦਾ ਚੈਨਲ ਹੈ ਚਮਨ ਸਿੰਘ ਦਮਦਮੀ ਟਕਸਾਲ। ਆਪ ਜੀ ਸਾਰੀ ਇਹ ਵਿਚਾਰ ਉੱਥੇ ਸਰਵਣ ਕਰ ਸਕਦੇ ਹੋ। ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮਿਲੇ।